गलबात की बनेगी कोई बात। हर मंग मन्नण नूं तैयार, कानून वापसी तो इनकार। मैं पूरी तरह आश्वस्त भी हूँ कि किसान यूनियन जो आंदोलनरत हैं वो कृषि सुधार बिलों की भावनाओं को समझेंगी और किसानों के हितों पर ध्यान देंगी। किसानों ने दिखाई ताकत कि बढ़ेगी आफत। तो परेड क्रिया निकाल ली, 26 तारीख की परेड में शामिल होंगे। टैंक की साइड में चलेंगे, ट्रैक्टर की साइड में चलेंगे। ट्रैक्टर 2 लाइन में चलेंगे, टैंक एक लाइन में एक साइड में चलेगा। केंद्र बनाम किसान, कौन कटेगा समाधान। किसान आंदोलन ही किसी और के हाथ में चला गया तो उसमें क्या हो सकता है। कम्युनिस्ट ये फैसला नहीं होने दे रहे। जोगिंदर यादव वगैरह, हनन मौला और इस तरह के लोग गलत डायरेक्शन दे। आखिरी होएगी 8वीं बैठक। ਤੇ ਕੇਂਦਰ ਅਤੇ ਕਿਸਾਨਾਂ ਵਿਚਾਲੇ 8ਵੇਂ ਦੌਰ ਦੀ ਬੈਠਕ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਕ੍ਰਿਸ਼ਨ ਸਿੰਘ। ਬੁਲੇਟਿਨ ਦੀ ਸ਼ੁਰੂਆਤ ਕਰ ਰਹੇ ਹਾਂ ਅਸੀਂ। ਇਹ ਬੈਠਕਾਂ ਤਾਂ ਕਈ ਵਾਰ ਹੋ ਚੁੱਕੀਆਂ ਨੇ। 8ਵੇਂ ਦੌਰ ਦੀ ਬੈਠਕ ਅੱਜ ਵੀ ਹੋ ਰਹੀ ਹੈ। ਕੀ ਇਹ ਬੈਠਕ ਕਿਸੇ ਸਿੱਟੇ ਤੇ ਪਹੁੰਚੇਗੀ ਜਾਂ ਫਿਰ ਨਾ, ਇਸੇ ਤੇ ਅੱਜ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਕੇਂਦਰ ਅਤੇ ਕਿਸਾਨਾਂ ਵਿਚਾਲੇ 8ਵੇਂ ਦੌਰ ਦੀ ਬੈਠਕ ਹੋ ਰਹੀ ਹੈ। मंथन किया जा रहा है, चर्चा हो रही है कि किवें इस मामले का हल कढ़िए। पर सब तो वड्डी गल कि हुण सरकार अपना रुख तय करती दिखाई दे रही है, क्योंकि पंजाब बीजेपी के आगू कह चुके ने कि किसानों का अंदोलन हाईजैक हो चुका है। हलन मौला, जोगिंदर यादव वर्गे सियासी कारकुनां ने किसानों के अंदोलन को हाईजैक किया। पर हुण वड्डी गल यह है कि 8वें दौर की यह बैठक है कि यह किसी सिट्टे ते पहुंचेगी या फिर ना। अज इसे मीटिंग ते नजरां साडियां पड़ियां हुई ने। आज फिर किसानों से एक दौर बातचीत होगी और मुझे पूरी आशा है कि किसान यूनियन के लोग चर्चा करेंगे और सकारात्मक माहौल में चर्चा होगी। संभवतः हम लोग समाधान तक पहुंच पाए। स्वाभाविक रूप से जब चर्चा होती है तो सभी को आगे बढ़ने का प्रयास करना पड़ता है, तभी समाधान तक पहुंचते हैं। और मुझे आशा है कि सभी लोग सकारात्मक माहौल में चर्चा करेंगे और रास्ता ढूंढेंगे। गल कोई नहीं जी, ये पहला भी जिहड़ा स्टेट का अधिकार सीगा, ये जिहड़ा सेंटर ने विच इंटरफेरेंस करके मतलब पहला काम खराब किया है। पर ये पहला जे ये जिहड़ा अपना जिहड़ा कानून इन्हां ने बनाया वो रिपील कर देण, उस तो बाद स्टेटां दे छड्ड देण, कोई एडा गलबात है। देखो ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਜਿਹੜਾ ਐਗਰੀਕਲਚਰ ਹੈ ਸਟੇਟ ਸਬਜੈਕਟ ਹੈ। ਸਰਕਾਰ ਨੇ ਚੁਸਤੀ ਨਾਲ ਸੰਵਰਤੀ ਸੂਚੀ ਰਾਹੀਂ ਕਮਰਸ਼ਲ ਐਂਡ ਟ੍ਰੇਡ ਐਂਡ ਕਮਰਸ ਰਾਹੀਂ ਲਿਆ ਕੇ ਇਹ ਕਾਨੂੰਨ ਲਾਗੂ ਕੀਤੇ ਨੇ। ਤਾਂ ਜੇ ਮਤਲਬ ਸਰਕਾਰ ਹੁਣ ਸਟੇਟਾਂ ਨੂੰ ਦੇਣਾ ਚਾਹੁੰਦੀ ਹੈ ਤਾਂ ਆਪਣਾ ਜਿਹੜਾ ਕਾਨੂੰਨ ਰੱਦ ਕਰੇ। ਸਟੇਟਾਂ ਆਪਦੀ ਮਰਜ਼ੀ ਨਾਲ ਕਾਨੂੰਨ ਬਣਾ ਲੈਣਗੀਆਂ। ਉਹਨਾਂ ਨੇ ਸੂਬਿਆਂ ਨੂੰ ਅਧਿਕਾਰ ਦੇਣੇ ਨੇ, ਉਹ ਰੱਦ ਕਰ ਦੇਣ। ਸੂਬਿਆਂ ਨੂੰ ਲੋੜ ਹੋਊਗੀ ਕਰ ਲੈਣਗੇ, ਕਾਨੂੰਨ ਲਾਗੂ ਕਰਨਗੇ। ਨਹੀਂ ਨਾ ਕਰਨ ਸੂਬੇ, ਜਿਹੜੇ ਸੂਬੇ ਨੂੰ ਸਮਝੀ ਉੱਥੇ। ਦੇਖੋ ਪਹਿਲਾਂ ਵੀ ਤਾਂ PMC ਐਕਟ ਬਣਿਆ ਵਾ, ਉਹ 2017 ਦਾ। ਉਦੋਂ ਪਹਿਲਾਂ ਕੰਟਰੈਕਟ ਫਾਰਮਿੰਗ ਦਾ ਬਣਿਆ ਹੋਇਆ 2013 ਦਾ। ਪੰਜਾਬ ਦੇ ਵਿੱਚ ਤਾਂ ਆਲਰੇਡੀ ਬਣੇ ਹੋਏ ਕਾਨੂੰਨ ਕੰਟਰੈਕਟ ਫਾਰਮਿੰਗ ਦੇ ਬਣੇ ਹੋਏ ਨੇ। ਜੇ ਉਹਨਾਂ ਨੇ ਇਹ ਕਾਨੂੰਨ ਆਪੇ ਸਰਕਾਰ ਰੱਦ ਕਰਕੇ ਆਪਦੇ ਗਲ 'ਚੋਂ ਫਾਹੀ ਕੱਢੇ, ਕੇਂਦਰ ਨੂੰ ਸੂਬੇ ਨੂੰ ਲੋੜ ਹੈ ਬਣਾ ਲੂਗੀ, ਨਹੀਂ ਲੋੜ ਨਾ ਬਣਾਓ। उम्मीदों के साथ ही हम जा रहे हैं तो भी कोई हल निकाले सरकार, फिर बाकी जाके देखते हैं, मिलते हैं, क्या कहते हैं। मुकदमा है नहीं कोई और तारीख लग रही, भुगतेंगे। और आज क्या उम्मीद है, फिर से तारीख मिल सकती है या फिर आज हल निकलेगा? ये लंबा चलेगा मामला, यानी तारीख पे तारीख। हाँ, तारीख लगेगी, लंबी चलेगी। ਤੇ ਅੱਜ ਦੇ ਬੈਠਕ ਹੋਣ ਜਾ ਰਹੀ ਹੈ। ਵਾਸੂ ਮਨਚੰਦਾ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਤੇ ਤਾਇਨਾਤ ਨੇ ਵਿਗਿਆਨ ਭਵਨ ਦੇ ਅੰਦਰਲੀਆਂ ਖਬਰਾਂ ਕਿ ਆਖਰਕਾਰ ਇਨਪੁਟ ਕੀ ਮਿਲ ਰਹੇ ਨੇ। ਵਾਸੂ, ਕੀ ਲੱਗਦਾ ਹੈ ਅੱਜ ਕਿਸਾਨਾਂ ਦੇ ਮਸਲੇ ਦਾ ਹੱਲ ਹੋਊਗਾ ਜਾਂ ਫਿਰ ਨਹੀਂ?
ਬਿਲਕੁਲ ਕ੍ਰਿਸ਼ਨ, ਇਸੇ ਉਮੀਦ ਦੇ ਨਾਲ ਕਿਸਾਨ ਜਿਹੜੇ ਨੇ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ। 8ਵੇਂ ਦੌਰ ਦੀ ਇਹ ਮੀਟਿੰਗ ਹੈ। ਉਮੀਦ ਇਹੀ ਹੈ ਕਿ ਅੱਜ ਇਸ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲ ਸਕੇਗਾ ਜਾਂ ਫਿਰ ਨਹੀਂ, ਕਿਉਂਕਿ ਜਦੋਂ ਸਾਡੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ ਤਾਂ ਕੁਝ ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੀ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਇਸੇ ਉਮੀਦ ਦੇ ਨਾਲ ਪਹੁੰਚੇ ਨੇ ਕਿ ਹੁਣ ਇਸ ਤੋਂ ਬਾਅਦ ਮੀਟਿੰਗ ਦੀ ਲੋੜ ਨਾ ਪਵੇ, ਕਿਉਂਕਿ ਜਿਹੜੇ ਪ੍ਰੋਗਰਾਮ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਗਏ ਨੇ ਉਹਨਾਂ ਪ੍ਰੋਗਰਾਮਸ ਨੂੰ ਜੇਕਰ ਇੰਪਲੀਮੈਂਟ ਕਰਨ ਤੇ ਆ ਜਾਣ ਇਹ ਕਿਸਾਨ ਆਗੂ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ। ਕਿਉਂਕਿ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਜਿਹੜਾ ਟਰੈਕਟਰ ਪਰੇਡ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਲੀਕਿਆ ਗਿਆ ਤਾਂ ਉਹ ਇੱਕ ਵੱਡੀ ਚੁਣੌਤੀ ਕਿਹਾ ਜਾ ਸਕਦਾ ਹੈ ਕੇਂਦਰ ਸਰਕਾਰ ਦੇ ਲਈ ਹੋ ਸਕਦੀ ਹੈ ਕਿ ਜੇਕਰ ਇਹ ਟਰੈਕਟਰ ਟਰਾਲੀਆਂ ਜੇਕਰ ਦਿੱਲੀ ਦੇ ਅੰਦਰ ਐਂਟਰ ਹੁੰਦੀਆਂ ਨੇ। ਸੋ ਉਸੇ ਨੂੰ ਲੈ ਕੇ ਹੀ ਅੱਜ ਇਹ ਮੰਥਨ ਵੀ ਕੀਤਾ ਜਾ ਰਿਹਾ। ਉਸੇ ਨੂੰ ਲੈ ਕੇ ਅੱਜ ਜਿਹੜੇ ਦੋ ਅਹਿਮ ਮੁੱਦੇ ਹੈਗੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਜਿਹੜੀ ਮੰਗ ਹੈਗੀ ਹੈ ਕਿਸਾਨਾਂ ਦੀ, ਉਸ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾਵੇ, ਕੀ ਨਵਾਂ ਫਾਰਮੂਲਾ ਜਿਹੜਾ ਹੈਗਾ ਸਰਕਾਰ ਵੱਲੋਂ ਪ੍ਰਪੋਜ਼ਲ ਜਿਹੜਾ ਹੈਗਾ ਉਹ ਕਿਸਾਨਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ। ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਇੱਕ ਨਵਾਂ ਫਾਰਮੂਲਾ ਜਿਹੜਾ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਉਹ ਇਹ ਹੈ ਕਿ ਜਿਹੜਾ ਇਹ ਅਧਿਕਾਰ ਜਿਹੜਾ ਹੈ ਉਹ ਸੂਬਿਆਂ ਨੂੰ ਦੇ ਦਿੱਤਾ ਜਾਵੇ ਕਿ ਖੇਤੀ ਕਾਨੂੰਨ ਜੇਕਰ ਲਾਗੂ ਕਰਨੇ ਜਾਂ ਫਿਰ ਨਹੀਂ ਇਹ ਸਟੇਟਸ ਤੇ ਛੱਡ ਦਿੱਤਾ ਜਾਵੇ। ਪਰ ਇਹ ਕਿਸਾਨ ਆਗੂ ਇਸ ਪ੍ਰਪੋਜ਼ਲ ਨੂੰ ਮੰਨਦੇ ਨੇ। ਜੇਕਰ ਇਹ ਪ੍ਰਪੋਜ਼ਲ ਦਿੱਤਾ ਜਾਂਦਾ ਤਾਂ ਇਹ ਇੱਕ ਵੱਡਾ ਸਵਾਲ ਹੋਏਗਾ ਕਿ ਉਹ ਕਿਸਾਨ ਜਥੇਬੰਦੀਆਂ ਇਸ ਪ੍ਰਪੋਜ਼ਲ ਨੂੰ ਐਕਸੈਪਟ ਕਰਦੀਆਂ ਨੇ ਜਾਂ ਫਿਰ ਨਹੀਂ। ਹਾਲਾਂਕਿ ਕੁਝ ਕਿਸਾਨ ਨੇਤਾਵਾਂ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਐਗਰੀਕਲਚਰ ਪਹਿਲਾਂ ਹੀ ਜਿਹੜਾ ਹੈਗਾ ਉਹ ਸਟੇਟ ਸਬਜੈਕਟ ਹੈਗਾ। ਸੋ ਇਹ ਅਗਰ ਇਸ ਤਰੀਕੇ ਦਾ ਕੋਈ ਪ੍ਰਪੋਜ਼ਲ ਸਾਹਮਣੇ ਵੀ ਆਉਂਦਾ ਹੈ ਤਾਂ ਉਹਨਾਂ ਦੀ ਵੀ ਫਿਰ ਉਹੀ ਮੰਗ ਹੋਏਗੀ ਕਿ ਪਹਿਲਾਂ ਰੱਦ ਕਰੋ, ਉਸ ਤੋਂ ਬਾਅਦ ਜੇਕਰ ਕੋਈ ਅਗਲੀ ਜਿਹੜੀ ਹੈ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਵੇਗੀ। ਅੱਜ ਦੂਸਰਾ ਜਿਹੜਾ ਅਹਿਮ ਮੁੱਦਾ ਹੈਗਾ ਕਿਉਂਕਿ 4 ਸੂਤਰੀ ਜਿਹੜਾ ਏਜੰਡਾ ਦਿੱਤਾ ਗਿਆ ਸੀਗਾ ਉਸ ਦੇ ਵਿੱਚ 2 ਮੰਗਾਂ ਜਿਹੜੀਆਂ ਉਹ ਮੰਨ ਲਈਆਂ ਗਈਆਂ ਸਨ। ਪਰ ਇਹ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਵੱਲੋਂ ਕਿ 25% ਹੀ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ ਨੇ। 75% ਦਾ ਜਿਹੜਾ ਹੱਲ ਹੈਗਾ ਉਹ ਅੱਜ ਦੀ ਮੀਟਿੰਗ ਦੇ ਵਿੱਚ ਹੋਣਾ ਹੈ ਜਾਂ ਫਿਰ ਨਹੀਂ ਹੋਣਾ, ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ। ਫਿਲਹਾਲ ਮੀਟਿੰਗ ਜਿਹੜੀ ਹੈ ਉਹ ਜਾਰੀ ਹੈ ਔਰ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਜਿਹੜੇ ਮਿਨਿਸਟਰਸ ਹੈਗੇ ਨੇ ਉਹ ਇੱਥੇ ਮੀਟਿੰਗ ਦੇ ਵਿੱਚ ਮੌਜੂਦ ਹੈਗੇ ਨੇ ਤੇ ਨਾਲ ਹੀ ਜਿਹੜੇ ਕਿ ਵੱਖ-ਵੱਖ 40 ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਹੈਗੇ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ। ਜੀ ਕਿਸ਼ਨ। ਬਿਲਕੁਲ ਵਾਸੂ, ਅਸੀਂ ਦੇਖ ਰਹੇ ਹਾਂ ਕਿ ਇੱਕ ਪ੍ਰਪੋਜ਼ਲ ਦਾ ਜ਼ਿਕਰ ਹੋ ਰਿਹਾ ਹੈ ਕਿ ਕੇਂਦਰ ਰੱਖ ਸਕਦਾ ਹੈ, ਸੋਰਸਿਸ ਇਸ ਗੱਲ ਦਾ ਹਵਾਲਾ ਦੇ ਰਹੇ ਨੇ। ਪਰ ਵਾਸੂ ਤੁਹਾਨੂੰ ਨਹੀਂ ਲੱਗਦਾ ਕਿ ਹਾਲਾਂਕਿ ਖੇਤੀਬਾੜੀ ਸਬਜੈਕਟ ਉਹ ਪੰਜਾਬ ਹਰਿਆਣਾ ਉਹ ਸੂਬਿਆਂ ਦਾ ਵਿਸ਼ਾ ਹੁੰਦਾ ਹੈ, ਪਰ ਐਮਐਸਪੀ ਨੂੰ ਲੈ ਕੇ ਗਰੰਟੀ ਕੌਣ ਦਊਗਾ? ਐਮਐਸਪੀ ਨੂੰ ਲੈ ਕੇ ਇਕੱਲਾ ਪੰਜਾਬ ਤਾਂ ਫਸਲ ਨਹੀਂ ਖਰੀਦ ਸਕੇਗਾ। ਨਾ ਬਜਟ ਨਹੀਂ ਹੁੰਦਾ ਕਿ 62,000 ਕਰੋੜ ਤੋਂ ਵੱਧ ਐਮਐਸਪੀ ਤੇ ਕੋਈ ਸੂਬਾ ਲਾਗਤ ਕਰੇ। ਉਹ ਕੜੀ ਦਰ ਕੜੀ ਕੇਂਦਰ ਨੂੰ ਤਾਂ ਜੋੜਨੀ ਪਊਗੀ ਨਾ। ਕਿ ਕੀ ਲੱਗਦਾ ਹੈ ਸੋਰਸਿਸ ਕੀ ਕਹਿ ਰਹੇ ਨੇ ਕਿ ਵਾਕਈ ਕੇਂਦਰ ਦੀ ਸਰਕਾਰ ਹੁਣ ਇਸ ਮਸਲੇ ਤੇ ਵਿਚਾਰ ਕਰ ਰਹੀ ਹੈ ਕਿ ਸੂਬਿਆਂ ਨੂੰ ਅਧਿਕਾਰ ਹੋਣਾ ਚਾਹੀਦਾ ਖੇਤੀਬਾੜੀ ਮਸਲੇ ਤੇ? ਅਸੀਂ ਤਾਂ ਫਿਰ ਬਣਾਇਆ ਕਿਉਂ ਇਹ ਕਾਨੂੰਨ? ਬਿਲਕੁਲ ਕ੍ਰਿਸ਼ਨ, ਇਹ ਨਾ ਕਿਸਾਨ ਨੇਤਾਵਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਜਾਂ ਜੇਕਰ ਹੁਣ ਤੁਸੀਂ ਇਹ ਪ੍ਰਪੋਜ਼ਲ ਤਿਆਰ ਕਰਦੇ ਪਏ, ਫਾਰਮੂਲਾ ਤਿਆਰ ਕਰਦੇ ਪਏ ਹੋ ਕਿ ਜਿਹੜੇ ਇਹ ਅਧਿਕਾਰ ਹੈ ਉਹ ਸਟੇਟਸ ਨੂੰ ਦੇ ਦਿੱਤਾ ਜਾਵੇ ਤਾਂ ਫਿਰ ਇਹ ਖੇਤੀ ਕਾਨੂੰਨ ਲਿਆਉਣ ਦੀ ਕੀ ਜ਼ਰੂਰਤ ਪਈ? ਤੇ ਦੂਸਰਾ ਜਿਹੜਾ ਤੁਹਾਡਾ ਸਵਾਲ ਸੀ ਕਿ ਐਮਐਸਪੀ ਨੂੰ ਲੈ ਕੇ ਜਿਹੜੀ ਕਾਨੂੰਨੀ ਗਰੰਟੀ ਦੀ ਜਿਹੜੀ ਮੰਗ ਜਿਹੜੀ ਹੈਗੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਉਹ ਇੱਕ ਵੱਡੀ ਚੁਣੌਤੀ ਹੈ ਸਰਕਾਰ ਦੇ ਲਈ, ਕਿਉਂਕਿ ਹਾਲੇ ਸਿਰਫ ਕੁਝ ਇੱਕ ਸਟੇਟਸ ਦੇ ਵਿੱਚ ਹੀ ਜਿਹੜੀ ਹੈ ਐਮਐਸਪੀ ਦਿੱਤੀ ਜਾਂਦੀ ਹੈ ਔਰ ਕੁਝ ਇੱਕ ਫਸਲਾਂ ਤੇ ਹੀ ਐਮਐਸਪੀ ਹੈ। ਔਰ ਜੇਕਰ ਸਾਰੀਆਂ ਜਿਹੜੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੰਗ ਹੈਗੀ ਹੈ ਕਿ ਸਾਰੀਆਂ ਜਿਨਸਾਂ ਤੇ ਜਿਹੜੀ ਹੈ ਐਮਐਸਪੀ ਨੂੰ ਲਾਗੂ ਕੀਤਾ ਜਾਵੇ ਤੇ ਸਾਰੀਆਂ ਜਿਹੜੇ ਆਲ ਓਵਰ ਜਿਹੜੀ ਸਟੇਟ ਦੇ ਵਿੱਚ ਇਹਨੂੰ ਲਾਗੂ ਕੀਤਾ ਜਾਵੇ। ਪਰ ਇੱਕ ਵੱਡੀ ਚੁਣੌਤੀ, ਬਹੁਤ ਵੱਡਾ ਇੱਕ ਬਜਟ ਇਹਦੇ ਵਾਸਤੇ ਚਾਹੀਦਾ, ਬਹੁਤ ਵੱਡਾ ਇੱਕ ਖਰਚਾ ਜਿਹੜਾ ਹੈਗਾ ਉਹ ਚਾਹੀਦਾ ਹੈਗਾ। ਸੋ ਇੱਕ ਵੱਡਾ ਉਹ ਹਾਲਾਂਕਿ ਕਿਉਂਕਿ ਕਿਸਾਨ ਆਗੂਆਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਕਿ 7ਵੇਂ ਗੇੜ ਦੀ ਜਦੋਂ ਮੀਟਿੰਗ ਹੋਈ ਸੀ ਤਾਂ ਉਸ ਦੇ ਵਿੱਚ ਐਮਐਸਪੀ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ ਗਈ ਕਿਉਂਕਿ ਰੇੜਕਾ ਜਿਹੜਾ ਉਹ ਪਹਿਲੇ ਮੁੱਦੇ ਤੇ ਹੀ ਆ ਕੇ ਰੁਕ ਗਿਆ ਸੀਗਾ। ਉੱਥੇ ਹੀ ਬਰਕਰਾਰ ਸੀ ਕਿ ਪਹਿਲਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਉਸ ਤੋਂ ਬਾਅਦ ਅਗਲੀ ਜਿਹੜੀ ਮੰਗ ਹੈਗੀ ਹੈ ਉਸ ਤੇ ਅਸੀਂ ਗੱਲਬਾਤ ਕਰਾਂਗੇ। ਸੋ ਅੱਜ ਵੀ ਇਹੀ ਵੇਖਣਾ ਹੋਏਗਾ ਕਿ ਜਿਹੜੀ ਗੱਲਬਾਤ ਹੈ ਉਹ ਖੇਤੀ ਕਾਨੂੰਨਾਂ ਤੇ ਆ ਕੇ ਰੁਕ ਜਾਂਦੀ ਹੈ ਜਾਂ ਐਮਐਸਪੀ ਨੂੰ ਲੈ ਕੇ ਵੀ ਕੋਈ ਗੱਲਬਾਤ ਹੁੰਦੀ ਹੈ ਜਾਂ ਫਿਰ ਕੋਈ ਫਾਰਮੂਲਾ ਐਮਐਸਪੀ ਨੂੰ ਲੈ ਕੇ ਵੀ ਸਰਕਾਰ ਨੇ ਤਿਆਰ ਕੀਤਾ ਹੈ। ਕਿਉਂਕਿ ਕ੍ਰਿਸ਼ਨ ਲਗਾਤਾਰ ਮੀਟਿੰਗਾਂ ਦਾ ਦੌਰ ਜਿਹੜੇ ਜਾਰੀ ਹੈ ਉਹ ਭਾਵੇਂ ਕੇਂਦਰ ਸਰਕਾਰ ਦੀ ਪੰਜਾਬ ਦੇ ਬੀਜੇਪੀ ਆਗੂਆਂ ਦੇ ਨਾਲ ਹੋਣ ਜਾਂ ਆਪਸੀ ਜਿਹੜੀ ਉਹਨਾਂ ਦੀ ਮੀਟਿੰਗਾਂ ਹੈਗੀਆਂ ਨੇ, ਕਿਉਂਕਿ ਹਰ ਮੀਟਿੰਗ ਤੋਂ ਪਹਿਲਾਂ ਕੇਂਦਰੀ ਖੇਤੀ
ਖੇਤੀਬਾੜੀ ਮੰਤਰੀ ਜਿਹੜੇ ਹੈਗੇ ਨਰਿੰਦਰ ਤੋਮਰ ਉਹ ਆਉਂਦੇ ਨੇ, ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਬੜੇ ਪੋਜ਼ਿਟਿਵ ਵੇ ਦੇ ਵਿੱਚ ਮੀਟਿੰਗ ਹੋਵੇਗੀ, ਤੇ ਜਦੋਂ ਬਾਹਰ ਆਉਂਦੇ ਨੇ ਉਦੋਂ ਵੀ ਇਹੀ ਕਿਹਾ ਜਾਂਦਾ ਹੈ, ਪਰ ਮੀਟਿੰਗ ਦਾ ਜਿਹੜਾ ਨਤੀਜਾ ਹੈ ਉਹ ਕੁਝ ਵੀ ਨਹੀਂ ਨਿਕਲਦਾ। 7 ਮੀਟਿੰਗਾਂ ਹੋ ਚੁੱਕੀਆਂ ਨੇ, 7 ਮੀਟਿੰਗਾਂ ਦੇ ਵਿੱਚ ਅਜੇ ਤੱਕ ਕੋਈ ਇਸ ਖੇਤੀ ਕਾਨੂੰਨਾਂ ਨੂੰ ਲੈ ਕੇ ਖਾਸ ਤੌਰ ਤੇ ਕੋਈ ਜਿਹੜਾ ਸਿੱਟਾ ਹੈ ਉਹ ਨਹੀਂ ਨਿਕਲਿਆ ਹੈਗਾ। ਸੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਪ੍ਰਪੋਜ਼ਲ, ਕੀ ਫਾਰਮੂਲਾ ਜਿਹੜਾ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਇਹਨਾਂ ਕਿਸਾਨਾਂ ਦੇ ਲਈ, ਜੇਕਰ ਤਿਆਰ ਵੀ ਕੀਤਾ ਗਿਆ ਤਾਂ ਕੀ ਉਹ ਕਿਸਾਨ ਜਥੇਬੰਦੀਆਂ ਨੂੰ ਮਨਜ਼ੂਰ ਹੋਵੇਗਾ ਜਾਂ ਫਿਰ ਨਹੀਂ, ਇਹ ਵੇਖਣਾ ਹੋਵੇਗਾ। ਠੀਕ ਹੈ ਵਾਸੂ, ਫਿਲਹਾਲ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੁੜ ਤੋਂ ਜੁੜਨ ਦੀ ਅਸੀਂ ਕੋਸ਼ਿਸ਼ ਕਰਾਂਗੇ, ਪਰ ਕਿਸਾਨਾਂ ਨੂੰ ਬਹੁਤੀ ਉਮੀਦ ਨਹੀਂ ਹੈ। ਕਿਸਾਨ ਕਹਿ ਰਹੇ ਨੇ ਕਿ 8ਵੇਂ ਗੇੜ ਦੀ ਬੈਠਕ ਹੈ, 8 ਤਾਰੀਖ 8ਵੇਂ ਗੇੜ ਦੀ ਬੈਠਕ, ਪਰ ਕੋਈ ਉਮੀਦ ਨਹੀਂ ਹੈ ਕਿਉਂਕਿ ਕੇਂਦਰ ਦੇ ਮੰਤਰੀਆਂ ਦੀ ਬੋਡੀ ਲੈਂਗੁਏਜ ਇਹ ਦੱਸ ਰਹੀ ਹੈ ਕਿ ਕਾਨੂੰਨ ਕੇਂਦਰ ਦੀ ਸਰਕਾਰ ਰੱਦ ਨਹੀਂ ਕਰੇਗੀ। ਅੱਠਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਇੱਕ ਹੋਰ ਅੰਦਰ ਦੀ ਖਬਰ ਬਾਹਰ ਆ ਰਹੀ ਹੈ ਕਿ ਨਵਾਂ ਫਾਰਮੂਲਾ ਕੇਂਦਰ ਦੀ ਸਰਕਾਰ ਉਹ ਕਿਸਾਨਾਂ ਦੇ ਸਾਹਮਣੇ ਰੱਖ ਸਕਦੀ ਹੈ ਕਿ ਕਾਨੂੰਨ ਲਾਗੂ ਕਰਨ ਦਾ ਫੈਸਲਾ ਸੂਬਿਆਂ ਤੇ ਛੱਡਿਆ ਜਾ ਸਕਦਾ ਹੈ। ਕੀ ਇਹ ਫੈਸਲਾ ਹੁਣ ਕੇਂਦਰ ਦੇ ਮੰਤਰੀ ਕਿਸਾਨਾਂ ਦੇ ਸਾਹਮਣੇ ਰੱਖਣਗੇ ਕਿ ਵੱਧ ਅਧਿਕਾਰਾਂ ਦੀ ਗੱਲ ਹਾਲਾਂਕਿ ਵੱਖ-ਵੱਖ ਸੂਬੇ ਕਰਦੇ ਨੇ। ਪੰਜਾਬ ਦੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਕੋਲੇ ਅਧਿਕਾਰ ਹੀ ਨਹੀਂ ਸੀ, ਕੇਂਦਰ ਦੀ ਸਰਕਾਰ ਪੰਜਾਬ ਦੇ ਖੇਤੀਬਾੜੀ ਮਾਮਲਿਆਂ ਦੇ ਵਿੱਚ ਲੱਤ ਅੜਾ ਰਹੀ ਹੈ। ਸੋ ਇਹ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਖੇਤੀ ਇਜ਼ ਅ ਸਬਜੈਕਟ ਆਫ ਅ ਸਟੇਟ। ਜਿਹੜਾ ਐਗਰੀਕਲਚਰ ਹੈ ਉਹ ਸੂਬਿਆਂ ਦਾ ਅਧਿਕਾਰ ਹੈ, ਖੇਤੀ ਪੰਜਾਬ ਦਾ ਅਧਿਕਾਰ ਹੈ, ਹਰਿਆਣਾ ਦਾ ਅਧਿਕਾਰ ਹੈ, ਮੱਧ ਪ੍ਰਦੇਸ਼ ਦਾ ਅਧਿਕਾਰ ਹੈ, ਪੰਜਾਬ ਸਣੇ तमाम ਸੂਬਿਆਂ ਦੇ ਅਧਿਕਾਰ ਨੇ। ਪਰ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਮੰਗ ਜਿਹੜੀ ਅੜੀ ਹੈ ਉਹ ਬਰਕਰਾਰ ਹੈ। ਪਰ ਹੁਣ ਨਵੇਂ ਫਾਰਮੂਲੇ ਨੂੰ ਲੈ ਕੇ ਸਾਡੇ ਸੋਰਸਿਸ ਦੱਸ ਰਹੇ ਨੇ ਕਿ ਕਿਸਾਨਾਂ ਅੱਗੇ ਇੱਕ ਹੋਰ ਫਾਰਮੂਲਾ ਧਰਿਆ ਜਾ ਸਕਦਾ ਹੈ ਕਿ ਸੂਬਿਆਂ ਤੇ ਇਹ ਮਾਮਲੇ ਛੱਡੇ ਜਾ ਸਕਦੇ ਹੈ ਕਿ ਲਾਗੂ ਕਰਨਾ ਹੈ ਜਾਂ ਫਿਰ ਨਹੀਂ। ਪਰ ਇਸ ਪਿੱਛੇ ਕੇਂਦਰ ਦੀ ਕੀ ਮਨਸ਼ਾ ਹੈ ਉਹ ਵੀ ਕੁਝ ਘੰਟਿਆਂ ਬਾਅਦ ਜਗ ਜ਼ਾਹਰ ਹੋ ਜਾਵੇਗੀ। ਕਿਸਾਨਾਂ ਨਾਲ ਬੈਠਕ ਤੋਂ ਪਹਿਲਾਂ ਅਮਿਤ ਸ਼ਾਹ ਦੇ ਘਰ ਵਿੱਚ ਚਰਚਾ ਹੋਈ ਹੈ। ਬੈਠਕ ਵਿੱਚ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਨਰਿੰਦਰ ਸਿੰਘ ਤੋਮਰ, ਭਾਰਤ ਸਰਕਾਰ ਦੇ ਰੇਲ ਮੰਤਰੀ ਪਿਊਸ਼ ਗੋਇਲ ਹਾਜ਼ਰ ਰਹੇ। ਪਹਿਲਾਂ ਰਾਜਨਾਥ ਸਿੰਘ ਦੀ ਰਿਹਾਇਸ਼ ਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਦੀ ਚਰਚਾ ਹੋਈ। ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਬੀਜੇਪੀ ਪੰਜਾਬ ਦੇ ਟੌਪ ਦੇ ਲੀਡਰਸ ਭਾਵੇਂ ਸੁਰਜੀਤ ਕੁਮਾਰ ਜਿਆਨੀ ਹੋਣ ਜਾਂ ਫਿਰ ਹੋਰ ਮਸਲਿਆਂ ਤੇ तमाम ਆਗੂ ਹਰਜੀਤ ਗਰੇਵਾਲ, ਸੁਰਜੀਤ ਕੁਮਾਰ ਜਿਆਨੀ ਤੇ ਪੰਜਾਬ ਬੀਜੇਪੀ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਕਈ ਵਾਰ ਬੈਠਕਾਂ ਕਰ ਚੁੱਕੇ ਨੇ ਤੇ ਹੁਣ ਰਾਜਨਾਥ ਸਿੰਘ ਦੇ ਘਰ ਦੇ ਵਿੱਚ ਇੱਕ ਬੈਠਕ ਹੋਈ ਸੀ। ਉਸ ਤੋਂ ਬਾਅਦ ਹੁਣ ਚਰਚਾ ਹੋ ਰਹੀ ਹੈ ਕਿ ਕਿਵੇਂ ਹੱਲ ਕੱਢਿਆ ਜਾਵੇ। ਤੇ ਪੰਜਾਬ ਕਾਂਗਰਸ ਦੇ ਮੀਟਿੰਗ ਨੂੰ ਲੈ ਕੇ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਆਖਰਕਾਰ ਪੰਜਾਬ ਕਾਂਗਰਸ ਇਸ 8ਵੇਂ ਗੇੜ ਦੀ ਬੈਠਕ ਨੂੰ ਲੈ ਕੇ ਕੀ ਕਹਿ ਰਹੀ ਹੈ, ਆਓ ਸੁਣਦੇ ਹਾਂ। ਜਿਹੜੀ ਵੱਡੀ ਮੀਟਿੰਗ ਹੋ ਰਹੀ ਹੋਣ ਜਾ ਰਹੀ ਹੈ, ਬੜੇ ਸਾਨੂੰ ਤਾਂ ਆਸ ਉਮੀਦ ਸੀ ਕਿ ਇਹ ਠੀਕ ਹੋਏਗਾ, ਪਰ ਅੱਜ ਫੇਰ ਲੱਗ ਗਿਆ ਕਿ ਜਿਹੜਾ ਧੰਨਦਾਤਾ ਆ ਉਹ ਅੰਨਦਾਤੇ ਤੇ ਭਾਰੂ ਪੈ ਗਿਆ। ਕਿਉਂਕਿ ਤੋਮਰ ਸਾਹਿਬ ਦਾ ਜਿਸ ਤਰੀਕੇ ਨਾਲ ਬਿਆਨ ਆਇਆ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ, ਤੇ ਕਿਸਾਨ ਜਥੇਬੰਦੀਆਂ ਦਾ ਇੱਕ ਹੀ ਬਿਆਨ ਹੈ ਕਿ ਕਾਨੂੰਨ ਜਿਹੜੇ ਉਹ ਵਾਪਸ ਹੋਣੇ ਚਾਹੀਦੇ। ਸੋ ਅੱਜ ਦੀ ਮੀਟਿੰਗ ਜਿਹੜੀ ਆ, ਇਹਨਾਂ ਨੇ ਮੀਟਿੰਗ ਤੋਂ ਪਹਿਲਾਂ ਹੀ ਆਪਣੀ ਮਨਸ਼ਾ ਦੱਸਤੀ ਹੈ। ਸੋ ਅੱਜ ਇਹਨਾਂ ਤੇ ਫੇਰ ਦਬਾਅ ਜਿਹੜਾ ਆ ਉਹ ਵੱਡੇ ਜਿਹੜੇ ਘਰਾਣੇ ਨੇ, ਪੂੰਜੀਪਤੀ ਘਰਾਣੇ ਨੇ, ਉਹਨਾਂ ਦਾ ਪੈ ਚੁੱਕਾ ਆ। ਔਰ ਉਹ ਜਿਹੜਾ ਦਬਾਅ ਆ ਉਹਦੇ ਕਰਕੇ ਅੱਜ ਤੋਮਰ ਜੀ ਬੋਲ ਰਹੇ ਨੇ ਕਿ ਇਹ ਤੋਂ ਇਲਾਵਾ ਕੋਈ ਗੱਲ ਦੱਸੋ, ਕਿਉਂਕਿ ਕੱਲ ਤੱਕ ਤੇ ਲੱਗ ਰਿਹਾ ਸੀ ਵੀ ਕੁਛ ਕਰਨਗੇ। ਔਰ ਤੋਮਰ ਸਾਹਿਬ ਨੇ ਇਹ ਗੱਲ ਦੇ ਬੜੀ ਕਲੀਅਰ ਆ, ਫਿਰ ਮੀਟਿੰਗ ਇਹਨਾਂ ਨੂੰ ਬੁਲਾਉਣੀ ਨਹੀਂ ਚਾਹੀਦੀ। ਮੀਟਿੰਗ ਕਾਹਦੇ ਲਈ ਬੁਲਾ ਰਹੇ ਨੇ? ਦੋ ਹੀ ਹੱਲ ਨਿਕਲ ਸਕਦੇ ਸੀਗੇ। ਇੱਕ ਤਾਂ ਸੀ ਕਿ ਸੈਂਟਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਂਦੇ, ਪਰ ਉਹ ਉਸ ਜ਼ਿੱਦ ਤੇ ਅੜੇ ਹੋਏ ਆ, ਉਸ ਈਗੋ ਤੇ ਖੜੇ ਆ ਕਿ ਅਸੀਂ ਇਹਨਾਂ ਨੂੰ ਵਾਪਸ ਨਹੀਂ ਲੈਣਾ। ਔਰ ਮੇਰੀ ਇੱਕ ਜ਼ਾਤੀ ਰਾਏ ਇਹਨਾਂ ਨੂੰ ਇਹ ਵੀ ਸੀ ਕਿ ਤੁਸੀਂ ਇਹਨਾਂ ਨੂੰ 6 ਮਹੀਨਿਆਂ ਵਾਸਤੇ ਵਾਪਸ ਲੈ ਲਓ। ਤੁਸੀਂ ਵੀ ਵਿਚਾਰ ਜਿਹੜਾ ਇੱਕ ਵਾਰੀ ਫੇਰ ਕਰ ਲਓ, ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵੀ ਵਿਚਾਰ ਕਰ ਲੈਣ। ਜਿਹੜੇ ਸਟੇਟ ਚਾਹੁੰਦੇ ਆ ਕਿ ਇਹ ਬੈਟਰ ਹੈ ਉਹ ਉਹਦੇ ਤੇ ਆਪਦੀ ਸਹਿਮਤੀ ਕਹਿ ਦੇਣ। ਜਿਹੜੇ ਕਹਿੰਦੇ ਵੀ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ, ਤਾਂ ਇਹ ਪੰਜਾਬ ਤੇ ਹਰਿਆਣਾ ਤਾਂ ਪੱਕਾ ਫਿਰ ਇਸ ਕੰਮ ਤੇ ਹੈ ਵੀ ਅਸੀਂ ਇਹ ਕਾਨੂੰਨ ਜਿਹੜੇ ਆ ਪੰਜਾਬ 'ਚ ਲਾਗੂ ਨਹੀਂ ਹੋਣ।